ਸਾਹਿਬ ਜੀ। ਡੰਡੋਤ ਬੰਦਨ ਕਵਾਰ, ਸਰਵ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਪਿਤਾ ਜਨਮ ਜਿਮ ਪੂਤ ਨ ਪਾਵੈ, ਕਹਾਂ ਤਵਨ ਕਾ ਭੇਦ ਬਤਾਵੈ। ਕਹਾਂ ਲਗ ਏ ਕੀਟ ਬਖਾਨੈ, ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੇਤਾ ਜੀਉ ਬਿਨ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਦੂਜਾ ਏਕ ਓੰਕਾਰ, ਸਤਿਗੁਰ ਪ੍ਰਸਾਦ। ਮਾਈ ਗੁਰ ਚਰਣੀ ਚਿਤ ਲਾਈਐ, ਪ੍ਰਭ ਹੋਏ ਕਿਰਪਾਲ। ਕਮਲ ਪਰਗਾਸੇ ਸਦਾ ਸਦਾ ਧਿਆਈਐ ਰਹਾਉ। ਅੰਤਰ ਏਕੋ ਵਾਰ ਏਕੋ ਸਮੈ, ਏਕ ਸਮਾਈਐ। ਘਟ ਅਵਗਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ। ਉਸਤਤ ਕਰੇ ਸੇਵਕ ਮੁਨ ਕੇਤੇ, ਤੇਰਾ ਅੰਤ ਨ ਕਤੁ ਪਾਈਐ। ਸੁਖ ਦਾਤੇ ਦੁਖ ਭੰਜਨ ਸੁਆਮੀ, ਜਨ ਨਾਨਕ ਸਦ ਬਲ ਜਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਸਾਹਿਬ ਕਮਾਲ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਦੀਨ ਦੁਨੀ ਦੇ ਮਾਲਕ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦੀ ਵਰਖਾ ਕਰਕੇ ਕਿਰਤਾਰਥ ਕਰ ਰਹੇ ਹਨ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸਤ ਸੰਗਤ ਦਾ ਜਿਹੜਾ ਸਮਾਂ ਹੈ, ਕੀਮਤੀ ਪਲ, ਇਹ ਆਪਾਂ ਨੂੰ ਪ੍ਰਾਪਤ ਹੋਇਆ ਹੈ ਗੁਰੂ ਦੀ ਕਿਰਪਾ ਸਦਕਾ, ਬਖਸ਼ਿਸ਼ ਸਦਕਾ। ਸੋ ਇਸ ਸਮੇਂ ਤੋਂ ਲਾਹਾ ਪ੍ਰਾਪਤ ਕਰੀਏ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜ ਕੇ ਪਾਵਨ ਅਸਥਾਨ ਤੇ ਲੜੀਵਾਰ ਜੋ ਕਥਾ ਚੱਲ ਰਹੀ ਹੈ, ਤੇ ਇਹਦੇ ਤਹਿਤ ਦੇਵ ਗੰਧਾਰੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ 6 ਸ਼ਬਦ ਜੋ ਆਰੰਭਤਾ ਵਿੱਚ ਆਏ, ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਇਸ ਤੋਂ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਆਰੰਭ ਹੋ ਰਹੀ ਹੈ 528 ਅੰਗ ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਅੰਮ੍ਰਿਤ ਬਚਨਾਂ ਦੁਆਰਾ ਜੋ ਸਾਨੂੰ ਬਖਸ਼ਿਸ਼ ਕਰ ਰਹੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵ ਕਿਵੇਂ ਜੁੜ ਸਕਦਾ ਹੈ, ਵਾਹਿਗੁਰੂ ਦੀ ਦਿਆਲਤਾ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ।
ਵਾਹਿਗੁਰੂ ਪਰਮਾਤਮਾ ਉਹ ਇਸ ਸੰਸਾਰ ਦੀ ਖੇਡ ਨੂੰ ਕਿਵੇਂ ਚਲਾ ਰਿਹਾ ਹੈ ਤੇ ਸਾਡਾ ਕੀ ਫਰਜ਼ ਬਣਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅਨੇਕ ਤਰ੍ਹਾਂ ਦੁਆਰਾ ਇੱਥੇ ਬਖਸ਼ਿਸ਼ਾਂ ਕਰ ਰਹੇ ਨੇ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ ਦੇ ਵਿੱਚ ਆਪਣੇ ਸੀਸ ਨੂੰ ਝੁਕਾਓ, ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਵ ਗੰਧਾਰੀ ਰਾਗ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ। ਇੱਥੇ ਜਿਹੜੇ ਸ਼ਬਦ ਆਰੰਭ ਹੋ ਰਹੇ ਨੇ ਇਹਨਾਂ ਨੂੰ ਸੁਰ ਤਾਲ ਦੇ ਮੁਤਾਬਕ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਅਦੁੱਤੀ ਸ਼ਕਤੀ ਹੈ। ਓੰਕਾਰ ਉਹ ਸਰਵ ਵਿਆਪਕ ਹੈ। ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮਾਈ ਗੁਰ ਚਰਨੀ ਚਿਤ ਲਾਈਐ, ਪ੍ਰਭੂ ਏ ਕਿਰਪਾਲ ਕਮਲ ਪ੍ਰਗਾਸੇ ਸਦਾ ਸਦਾ ਹਰਿ ਧਿਆਈਐ। ਰਹਾਓ। ਜੋ ਆਰੰਭ ਵਾਲੀਆਂ ਸ਼ਬਦ ਦੀਆਂ ਪੰਕਤੀਆਂ ਇਹੀ ਰਹਾਓ ਦਾ ਬੰਦ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਇੱਕ ਬੜਾ ਗਹਿਰਾ ਨੁਕਤਾ ਸਾਨੂੰ ਸਮਝਾ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਉਹ ਕਿਵੇਂ ਕਿਰਪਾ ਸਾਡੇ ਤੇ ਕਰਦਾ ਹੈ। ਸਾਡੇ ਹਿਰਦੇ ਦਾ ਕਮਲ ਕਿਵੇਂ ਖੇੜੇ ਵਿੱਚ ਆ ਸਕਦਾ ਹੈ। ਤੇ ਮਹਾਰਾਜ ਕਹਿੰਦੇ ਮਾਈ ਗੁਰ ਚਰਨੀ ਚਿਤ ਲਾਈਐ। ਇਹ ਮਾਂ ਗੁਰੂ ਦੇ ਚਰਨਾਂ ਵਿੱਚ ਚਿਤ ਲਾਣਾ ਕਰੀਏ। ਭਾਵ ਗੁਰੂ ਵਾਲੇ ਬਣ ਜਾਈਏ, ਗੁਰੂ ਦੀ ਗੱਲ ਮੰਨ ਲਈਏ। ਵਾਹਿਗੁਰੂ ਪਰਮਾਤਮਾ ਨੂੰ ਪਾਉਣ ਦਾ, ਉਹਦੀਆਂ ਬਖਸ਼ਿਸ਼ਾਂ ਲੈਣ ਦਾ, ਉਹਦੀ ਕਿਰਪਾਲਤਾ ਲੈਣ ਦਾ ਇੱਕੋ ਇੱਕ ਵਾਹਿਦ ਤਰੀਕਾ ਹੈ, ਉਹ ਹੈ ਗੁਰੂ। ਤੇ ਜੇਕਰ ਮਨੁੱਖ ਗੁਰੂ ਦੀ ਗੱਲ ਨਹੀਂ ਮੰਨਦਾ ਤਾਂ ਇਹ ਨਿਰੰਕਾਰ ਦੇ ਜਿਹੜੇ ਖਜ਼ਾਨੇ ਨੇ, ਬਖਸ਼ਿਸ਼ਾਂ ਨੇ, ਉਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਆਪਾਂ ਵੇਖੀਏ ਸੰਸਾਰ ਦੇ ਵੀ ਖਜ਼ਾਨੇ ਨੇ, ਸੰਸਾਰ ਦੇ ਵਿੱਚ ਵੀ ਬੜਾ ਕੁਝ ਹੈ, ਪਰ ਸੰਸਾਰ ਵਿੱਚ ਵੀ ਮਨੁੱਖ ਕੁਝ ਪ੍ਰਾਪਤ ਤਾਂ ਕਰੇਗਾ ਜਿਹੜਾ ਆਪਣਾ ਕੋਈ ਉਸਤਾਦ ਹੈ, ਕੋਈ ਟੀਚਰ ਹੈ। ਉਹਨੂੰ ਵੀ ਆਪਾਂ ਪੰਜਾਬੀ ਦੇ ਵਿੱਚ ਗੁਰੂ ਕਹਿੰਦੇ ਹਾਂ। ਮਨੁੱਖ ਕੋਈ ਵੀ ਕਲਾ ਸਿੱਖਦਾ ਹੈ, ਕੋਈ ਵੀ ਗੁਣ ਸਿੱਖਦਾ ਹੈ, ਜਾਂ ਸਕੂਲ ਦੇ ਵਿੱਚ ਬੱਚੇ ਵਿੱਦਿਆ ਪੜ੍ਹਦੇ ਨੇ ਤੇ ਆਪਾਂ ਕਹਿੰਦੇ ਹਾਂ ਇਹ ਗੁਰੂ ਹੈ, ਵਿੱਦਿਆ ਗੁਰੂ ਹੈ, ਇਹ ਮੇਰਾ ਉਸਤਾਦ ਹੈ, ਇਹ ਮੇਰਾ ਗੁਰੂ ਹੈ, ਮੈਂ ਇਹਦੇ ਕੋਲੋਂ ਇਹ ਸਿੱਖਦਾ ਹਾਂ ਜਾਂ ਸਿੱਖ ਲਿਆ ਹੈ। ਸੰਸਾਰ ਦੇ ਵਿੱਚ ਜਿੰਨੀਆਂ ਵੀ ਵੱਡੀਆਂ ਵੱਡੀਆਂ ਪਦਵੀਆਂ ਨੇ ਉਹ ਪ੍ਰਾਪਤ ਕਿੱਥੋਂ ਹੁੰਦੀਆਂ ਨੇ? ਜਦੋਂ ਕੋਈ ਬੱਚਾ ਆਪਣਾ ਗੁਰੂ ਧਾਰਨ ਕਰਦਾ ਹੈ ਤੇ ਗੁਰੂ ਧਾਰਨ ਕਰਕੇ ਉਸਤਾਦ ਦੀ ਗੱਲ ਨੂੰ ਮੰਨਦਾ ਹੋਇਆ ਉਹਨੂੰ ਕਮਾਉਂਦਾ ਹੈ, ਤਾਂ ਇੱਕ ਦਿਨ ਉਹਨੂੰ ਸੰਸਾਰ ਦੇ ਵਿੱਚ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਅੰਤ ਕੋਈ ਨਹੀਂ ਸੰਸਾਰ ਵਿੱਚ, ਜੋ ਕੋਈ ਮਰਜ਼ੀ ਬੰਦਾ ਬਣ ਜਾਵੇ, ਕੋਈ ਅੰਤ ਥੋੜ੍ਹਾ। ਕਿੰਨੇ ਤਰ੍ਹਾਂ ਦੀ ਕਲਾ ਹੈ। ਇੱਕ
ਜਿਹੜੇ ਡਾਕਟਰ ਹਨ, ਡਾਕਟਰਾਂ ਦਾ ਜਿਹੜਾ ਮਹਿਕਮਾ ਉਹਦੇ ਵਿੱਚ ਹੀ ਕਿੰਨੇ ਤਰ੍ਹਾਂ ਦੇ ਡਾਕਟਰ ਹੁੰਦੇ ਨੇ। ਕੋਈ ਅੱਖ ਦਾ, ਕੋਈ ਕੰਨ ਦਾ, ਕੋਈ ਨੱਕ ਦਾ, ਕੋਈ ਗਲੇ ਦਾ ਹੈ, ਕੋਈ ਜਿਹੜਾ ਹਾਰਟ ਦਾ ਸਪੈਸ਼ਲਿਸਟ ਹੁੰਦਾ ਹੈ, ਕੋਈ ਹੱਡੀਆਂ ਦਾ ਹੁੰਦਾ ਹੈ। ਇੱਕ ਡਾਕਟਰਾਂ ਦੇ ਮਹਿਕਮੇ ਵਿੱਚ ਕਿੰਨੇ ਤਰ੍ਹਾਂ ਦੀ ਕਲਾ ਹੈ। ਇਸੇ ਤਰ੍ਹਾਂ ਹੋਰ ਮਹਿਕਮੇ ਨੇ ਸਾਰੇ, ਅੰਤ ਕੋਈ ਨਹੀਂ ਹੈ। ਇੱਕ ਬੰਦਾ ਕਿੰਨਾ ਕੁ ਸਿੱਖ ਲਏਗਾ, ਕਿੰਨੇ ਕੁ ਗੁਣ ਸਿੱਖ ਲਏਗਾ, ਸਾਰੇ ਤੇ ਸਿੱਖ ਹੀ ਨਹੀਂ ਸਕਦਾ। ਸੰਸਾਰ ਦੀ ਸਾਰੀ ਕਲਾ ਨਹੀਂ ਸਿੱਖ ਸਕਦਾ ਮਨੁੱਖ। ਇਸੇ ਤਰ੍ਹਾਂ ਕੋਈ ਵਾਹਿਗੁਰੂ ਦਾ ਅੰਤ ਨਹੀਂ ਲੈ ਸਕਦਾ। ਹਾਂ, ਇਹਨਾਂ ਕਿ ਵੀ ਥੋੜ੍ਹੀ ਜਿਹੀ ਜਿੰਨੀ ਕੁ ਮਿਹਨਤ ਕਰੇਗਾ ਉਹਦੇ ਮੁਤਾਬਕ ਉਹਨੂੰ ਪਦਵੀ ਮਿਲ ਜਾਵੇਗੀ ਤੇ ਉਹਦਾ ਰਸ ਆਨੰਦ ਲੈ ਸਕਦਾ ਹੈ। ਜਿਵੇਂ ਕੋਈ ਪੜ੍ਹ ਕੇ ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ ਕੁਝ ਬਣ ਗਿਆ ਹੈ। ਸਭ ਤਰ੍ਹਾਂ ਦੀ ਕਲਾ ਨੂੰ ਕੋਈ ਵੀ ਮਨੁੱਖ ਸੰਸਾਰ ਵਿੱਚ ਸਿੱਖ ਨਹੀਂ ਸਕਦਾ। ਸੰਸਾਰ ਦਾ ਅੰਤ ਨਹੀਂ ਲੈ ਸਕਦਾ। ਸੰਸਾਰ ਵਿੱਚ ਪਰੇ ਤੋਂ ਪਰਾਂ ਅਨੇਕ ਤਰ੍ਹਾਂ ਦੀ ਕਲਾ ਪਈ ਹੈ। ਕੋਈ ਮੂਰਤੀਆਂ ਘੜਨ ਵਾਲੇ ਨੇ, ਕੋਈ ਤਸਵੀਰਾਂ ਬਣਾਉਣ ਵਾਲੇ ਨੇ, ਕਿੰਨੇ ਤਰ੍ਹਾਂ ਦੀ ਕਲਾ ਹੈ। ਇਸੇ ਤਰ੍ਹਾਂ ਕੋਈ ਰੱਬ ਦਾ ਵੀ ਅੰਤ ਨਹੀਂ ਲੈ ਸਕਦਾ। ਕੋਈ ਮੁਕੰਮਲ ਰੱਬ ਨੂੰ ਆਪਣੇ ਕਲਾਵੇ ਵਿੱਚ ਨਹੀਂ ਲੈ ਸਕਦਾ ਤੇ ਨਾ ਹੀ ਕੋਈ ਮਨੁੱਖ ਸੰਸਾਰ ਨੂੰ ਪੂਰਾ ਸਿੱਖ ਸਕਦਾ ਹੈ। ਕਿੰਨੇ ਤਰ੍ਹਾਂ ਦੀ ਕਲਾ, ਕਿੰਨਾ ਕੁ ਮਨੁੱਖ ਪੜ੍ਹ ਲਏਗਾ, ਕਿੰਨੇ ਕੁ ਗੁਣ ਸਿੱਖ ਲਏਗਾ। ਇਸੇ ਤਰ੍ਹਾਂ ਵਾਹਿਗੁਰੂ ਦਾ ਵੀ ਅੰਤ ਨਹੀਂ, ਪਰ ਜ਼ਰੂਰ ਸਿੱਖਣਾ ਜ਼ਰੂਰ ਹੈ। ਜਿੰਨਾ ਕੋਈ ਜ਼ਿਆਦਾ ਪੜ੍ਹੇਗਾ ਓਨਾ ਵੱਡਾ ਰੁਤਬਾ, ਜਿੰਨੀ ਕੋਈ ਕਲਾ ਸਿੱਖੇਗਾ ਓਨਾ ਵੱਡਾ ਰੁਤਬਾ। ਇਸੇ ਤਰ੍ਹਾਂ ਜਿੰਨਾ ਕੋਈ ਰੱਬ ਦਾ ਨਾਮ ਜਪੇਗਾ ਓਨੀਆਂ ਹੀ ਬਖਸ਼ਿਸ਼ਾਂ ਮਿਲਦੀਆਂ ਹਨ। ਅੰਤ ਕੋਈ ਨਹੀਂ ਹੈ। ਇਹ ਨਹੀਂ ਵੀ ਆਪਾਂ ਇੰਨਾ ਚਿਰ ਬੰਦਗੀ ਕਰਕੇ ਤੇ ਰੱਬ ਦੇ ਸਾਰੇ ਗੁਣਾਂ ਦਾ ਅੰਤ ਲੈ ਲਾਂਗੇ। ਅੰਤ ਕੋਈ ਨਹੀਂ ਹੈ। ਉਹ ਪਰੇ ਤੋਂ ਪਰੇ, ਹੋਰ ਅੱਗੇ ਤੋਂ ਅੱਗੇ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰੂ। ਸੰਸਾਰ ਵਿੱਚ ਵੀ ਆਪਾਂ ਸੰਸਾਰ ਦੀ ਪ੍ਰਾਪਤੀ ਕਰਨੀ ਹੈ ਤਾਂ ਉਸਤਾਦ, ਗੁਰੂ, ਟੀਚਰ ਚਾਹੀਦਾ ਹੈ। ਰੂਹਾਨੀਅਤ ਦੇ ਵਿੱਚ ਵੀ ਜੇਕਰ ਆਪਾਂ ਮੰਜ਼ਿਲਾਂ ਪ੍ਰਾਪਤ ਕਰਨੀਆਂ ਨੇ ਤਾਂ ਸੱਚੇ ਗੁਰੂ ਦੇ ਚਰਨਾਂ ਨਾਲ ਜੁੜਨਾ ਪਏਗਾ। ਜਦੋਂ ਸੱਚੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਗੁਰੂ ਦੀ ਗੱਲ ਨੂੰ ਮੰਨ ਲਿਆ, ਪ੍ਰਭ ਹੋਏ ਕਿਰਪਾਲ। ਸੱਚੇ ਗੁਰੂ ਦੁਆਰਾ ਰੱਬ ਕਿਰਪਾਲੂ ਹੁੰਦਾ ਹੈ। ਕਮਲ ਪ੍ਰਗਾਸੇ, ਹਿਰਦੇ ਦਾ ਕਮਲ ਪ੍ਰਕਾਸ਼ਿਤ ਹੋ ਜਾਂਦਾ ਹੈ, ਅੰਦਰੋਂ ਸੋਝੀ ਹੋ ਜਾਂਦੀ ਹੈ, ਸਦਾ ਸਦਾ ਹਰ ਧਿਆਈ ਹੈ। ਇਸ ਕਰਕੇ ਗੁਰੂ ਦੀ ਮੱਤ ਲੈ ਕੇ ਸਦਾ ਸਦਾ ਵਾਹਿਗੁਰੂ 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 ਜਪਨਾ ਕਰੀਏ। ਰਹਾਉ ਅੰਤਰ ਏਕੋ ਵਾਰ ਏਕੋ, ਸਭ ਮੈਂ ਏਕ ਸਮਾਈਐ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਵਾਹਿਗੁਰੂ ਨਿਰੰਕਾਰ ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਉਹ ਇੱਕੋ ਹੀ ਹੈ। ਸਾਰਿਆਂ ਦੇ ਵਿੱਚ ਵੀ ਤੇ ਸਾਰਿਆਂ ਤੋਂ ਬਾਹਰ ਵੀ ਇੱਕੋ ਵਾਹਿਗੁਰੂ ਹੈ। ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਸਮਾਇਆ ਹੋਇਆ ਹੈ। ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਘਾਟ ਅਵ ਘਾਟ ਰਵਿਆ ਸਭ ਠਾਈ, ਹਰ ਪੂਰਨ ਬ੍ਰਹਮ ਦਿਖਾਈਐ। ਘਟ ਅਵ ਘਟ ਰਵਿਆ ਸਭ ਠਾਈ। ਹਰ ਇੱਕ ਥਾਂ ਤੇ, ਹਰ ਇੱਕ ਆਕਾਰ ਦੇ ਵਿੱਚ ਉਹ ਵਾਹਿਗੁਰੂ ਰਮਿਆ ਹੋਇਆ ਹੈ। ਜਦੋਂ ਪੂਰੇ ਗੁਰੂ ਦੀ ਮੱਤ ਲੈ ਲਈ ਤੇ ਉਸ ਰੱਬ ਨੂੰ ਵੇਖ ਲਿਆ, ਪੂਰੇ ਗੁਰੂ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਉਸ ਵਾਹਿਗੁਰੂ ਨੂੰ ਦੇਖ ਲਿਆ ਹੈ, ਉਹਦੇ ਦਰਸ਼ਨ ਕਰ ਲਏ ਹਨ। ਉਸਤਤ ਕਰੇ ਸੇਵਕ ਮੁਨ ਕੇਤੇ, ਤੇਰਾ ਅੰਤ ਨਾ ਕਤੂ ਪਾਈਐ। ਤੇ ਮਹਾਰਾਜ ਕਹਿੰਦੇ ਜਦੋਂ ਕੋਈ ਰੱਬ ਨਾਲ ਜੁੜਦਾ ਹੈ ਨਾ ਤੇ ਉਹਨੂੰ ਇਹ ਗਿਆਨ ਆ ਜਾਂਦਾ ਹੈ, ਸੋਝੀ ਆ ਜਾਂਦੀ ਹੈ ਕਿ ਵਾਹਿਗੁਰੂ ਕੱਲਾ ਮੈਂ ਹੀ ਤੇਰੀ ਬੰਦਗੀ ਨਹੀਂ ਕਰ ਰਿਹਾ। ਉਸਤਤ ਕਰੇ ਸੇਵਕ ਮੁਨ ਕੇਤੇ, ਪਤਾ ਨਹੀਂ ਕਿੰਨੇ ਕੁ ਰਿਸ਼ੀ ਮੁਨੀ ਅਵਤਾਰ ਪੈਗੰਬਰ ਵਾਹਿਗੁਰੂ ਦਾ ਜਸ ਗਾ ਰਹੇ ਨੇ ਹਰ ਸਮੇਂ ਦੇ ਵਿੱਚ। ਆਪਾਂ ਨੂੰ ਪਤਾ ਕਿਉਂ ਨਹੀਂ ਲੱਗਦਾ? ਕਿਉਂਕਿ ਆਪਾਂ ਅਜੇ ਉੱਥੇ ਪਹੁੰਚੇ ਨਹੀਂ ਹਾਂ।
ਜਦੋਂ ਤੱਕ ਆਪਾਂ ਕਿਸੇ ਥਾਂ ਤੇ ਪਹੁੰਚਦੇ ਨਹੀਂ ਆਪਾਂ ਨੂੰ ਉਹਦਾ ਪਤਾ ਨਹੀਂ ਲੱਗਦਾ। ਜਿਹੜੇ ਆਪਾਂ ਸ਼ਹਿਰ ਵਿੱਚ ਗਏ ਨਹੀਂ, ਉੱਥੇ ਸ਼ਹਿਰ ਵਿੱਚ ਕੀ ਕੁਝ ਹੋ ਰਿਹਾ ਹੈ ਆਪਾਂ ਨੂੰ ਨਹੀਂ ਪਤਾ ਲੱਗੇਗਾ। ਆਪਾਂ ਸੁਣੀ ਸੁਣਾਈ ਗੱਲ ਐਵੇਂ ਕਹਿ ਦਿਆਂਗੇ, ਪਰ ਜਦੋਂ ਉੱਥੇ ਜਾ ਕੇ ਵੇਖਾਂਗੇ ਆਪ ਆਪਣੀਆਂ ਅੱਖਾਂ ਨਾਲ, ਫਿਰ ਪਤਾ ਲੱਗੇਗਾ ਵੀ ਇੱਥੇ ਕਿਸ ਤਰ੍ਹਾਂ ਦੇ ਲੋਕ ਵਸਦੇ ਨੇ, ਇੱਥੇ ਤੇ ਕਿਸ ਤਰ੍ਹਾਂ ਦੀ ਕਲਾ ਵਾਲੇ, ਕਿੰਨੇ ਗਿਆਨਵਾਨ ਲੋਕ ਵਸਦੇ ਨੇ। ਮਨੁੱਖ ਆਪਣੇ ਘਰ ਹੀ ਬੈਠਾ ਰਹੇ, ਕੁਝ ਵੀ ਪਤਾ ਨਹੀਂ ਲੱਗੇਗਾ। ਜਾਵੇ ਸੰਸਾਰ ਦੇ ਵਿੱਚ ਵੇਖੇ, ਫਿਰ ਪਤਾ ਲੱਗਦਾ ਵੀ ਕੀ ਕੁਝ ਹੋ ਰਿਹਾ ਹੈ। ਇਸੇ ਤਰ੍ਹਾਂ ਜਦੋਂ ਕੋਈ ਬੰਦਗੀ ਕਰਕੇ ਉਸ ਅਵਸਥਾ ਵਿੱਚ ਪਹੁੰਚਦਾ ਹੈ, ਫਿਰ ਪਤਾ ਲੱਗਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਆਪਣੀ ਮੁਬਾਰਕ ਰਸਨਾ ਤੋਂ ਕਹਿੰਦੇ ਨੇ, ਵਾਹਿਗੁਰੂ ਤੈਨੂੰ ਕਿੰਨੇ ਕੁ ਗਾਰੇ ਨੇ। ਰੋਜ਼ ਆਪਾਂ ਪੜ੍ਹਦੇ ਹਾਂ, ਜਪਜੀ ਸਾਹਿਬ ਦੇ ਵਿੱਚ ਵੀ ਤੇ ਰਹਿਰਾਸ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਨ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰਿਸਿਓ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ, ਸੁਰਗ ਮੱਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਾਂ ਬਲਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਹੋਰ ਕੇਤੇ ਤੁਧਨੋ ਗਾਵਣ, ਸੇ ਮੈਂ ਚਿਤਨ ਆਵਣ। ਵੇਖੋ ਮਹਾਰਾਜ ਕਿੰਨੀ ਗਿਣਤੀ ਗਿਣਾ ਦਿੱਤੀ, ਫਿਰ ਅੱਗੇ ਕਹਿ ਦਿੱਤਾ, ਇਹ ਵਾਹਿਗੁਰੂ ਹੋਰ ਕਿੰਨੇ ਕੁ ਤੈਨੂੰ ਗਾ ਰਹੇ ਨੇ। ਮੈਂ ਨਹੀਂ ਸਮਝ ਸਕਦਾ ਕਿੰਨੇ ਕੁ ਤੈਨੂੰ ਗਾ ਰਹੇ ਹਨ। ਤੇਰਾ ਅੰਤ ਨਾ ਕਤਹੂ ਪਾਈਐ, ਤੇਰਾ ਕੋਈ ਅੰਤ ਪਾ ਹੀ ਨਹੀਂ ਸਕਦਾ। ਸੁਖ ਦਾਤੇ ਦੁਖ ਭੰਜਨ ਸੁਆਮੀ, ਜਨ ਨਾਨਕ ਸਦ ਬਲ ਜਾਈਐ। ਹੇ ਸੁਖਾਂ ਦੇ ਦਾਤੇ, ਦੁੱਖਾਂ ਨੂੰ ਭੰਨਣ ਵਾਲੇ, ਦੁੱਖਾਂ ਦਾ ਨਾਸ਼ ਕਰਨ ਵਾਲੇ ਸੁਆਮੀ ਮਾਲਕ, ਜਨ ਨਾਨਕ ਸਦ ਬਲ ਜਾਈਏ। ਐਸੇ ਵਾਹਿਗੁਰੂ ਤੋਂ ਸਦਾ ਸਦਕੇ ਜਾਈਏ, ਸਦਾ ਉਹਦਾ ਨਾਮ ਜਪੀਏ। ਸੁਖ ਦਿੰਦਾ ਹੈ ਸਾਨੂੰ, ਸਾਡੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ, ਉਹਦਾ ਨਾਮ ਕਿਉਂ ਨਾ ਜਪੀਏ। ਮਹਾਰਾਜ ਕਹਿੰਦੇ ਜਿਹੜਾ ਇੰਨੀ ਕੁਝ ਦੇਣ ਵਾਲਾ ਦਾਤਾ, ਉਹਦਾ ਨਾਮ ਤੇ ਸਦਾ ਸਦਾ ਜਪਣਾ ਕਰਨਾ ਚਾਹੀਦਾ ਹੈ। ਜੋ ਸਾਨੂੰ ਸੁਖ ਦਿੰਦਾ ਹੈ, ਬਰਕਤਾਂ ਬਖਸ਼ਿਸ਼ਾਂ ਕਰਦਾ ਹੈ, ਐਸੇ ਵਾਹਿਗੁਰੂ ਤੋਂ ਸਦਾ ਬਲਿਹਾਰ ਜਾਈਏ। ਦੇਵ ਗੰਧਾਰੀ ਅਗਲਾ ਸ਼ਬਦ ਮਹਾਰਾਜ ਫਰਮਾਨ ਕਰਦੇ ਨੇ, ਮਾਈ ਹੋਣਹਾਰ ਸੋ ਹੋਈ ਹੈ। ਮਹਾਰਾਜ ਕਹਿੰਦੇ, ਹੇ ਮਾਂ, ਵਾਹਿਗੁਰੂ ਦੀ ਬੰਦਗੀ ਕਰਦਿਆਂ ਕਰਦਿਆਂ ਇਹ ਵੀ ਅਵਸਥਾ ਆ ਜਾਂਦੀ ਹੈ ਕਿ ਵਾਹਿਗੁਰੂ ਪਰਮਾਤਮਾ ਸੰਸਾਰ ਵਿੱਚ ਜੋ ਕੁਝ ਹੋ ਰਿਹਾ ਹੈ, ਇਹ ਉਸ ਮਾਲਕ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਸੰਸਾਰ ਦਾ ਕਦੇ ਕੋਈ ਰੂਪ ਹੋ ਜਾਂਦਾ ਹੈ, ਕਦੇ ਕੋਈ ਰੂਪ ਹੋ ਜਾਂਦਾ ਹੈ। ਅੱਜ ਤੋਂ 200 ਸਾਲ ਪਹਿਲਾਂ ਸੰਸਾਰ ਦਾ ਕੁਝ ਹੋਰ ਰੂਪ ਸੀ, ਅੱਜ ਸੰਸਾਰ ਦਾ ਕੁਝ ਹੋਰ ਰੂਪ ਹੈ। ਪਹਿਲਾਂ ਲੋਕ ਗੱਡਿਆਂ ਤੇ ਜਾਂਦੇ ਸੀ, ਰੱਥਾਂ ਤੇ ਜਾਂਦੇ ਸੀ, ਪੈਦਲ ਜਾਂਦੇ ਸੀ ਬਹੁਤੇ। ਅੱਜ ਕੁਝ ਸੰਸਾਰ ਦਾ ਹੋਰ ਰੂਪ ਹੈ, ਤੇ ਹੋਰ ਆਉਂਦੇ 200 ਸਾਲ ਨੂੰ ਸੰਸਾਰ ਦਾ ਕੁਝ ਹੋਰ ਰੂਪ ਹੋਵੇਗਾ। ਆਉਣ ਵਾਲਾ ਸਮਾਂ ਕੁਝ ਹੋਰ ਹੋ ਰਿਹਾ ਹੈ। ਤੋ ਐਸਾ ਇਹ ਸੰਸਾਰ ਦੇ ਵਿੱਚ ਹੁੰਦਾ ਰਹਿੰਦਾ ਹੈ, ਇਹ ਸੰਸਾਰ ਬਦਲਦਾ ਹੀ ਰਹੇਗਾ। ਮਾਈ ਹੋਣਹਾਰ ਸੋ ਹੋਈ ਹੈ, ਰਾਚ ਰਹਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈ ਹੈ। ਉਹ ਵਾਹਿਗੁਰੂ ਆਪਣੀ ਰਚਨਾ ਦੇ ਵਿੱਚ ਹੀ ਵਸ ਰਿਹਾ ਹੈ। ਰਾਚ ਰਿਓ ਰਚਨਾ ਪ੍ਰਭ ਆਪਣੀ, ਅਨੇਕ ਤਰ੍ਹਾਂ ਦੀ ਰਚਨਾ ਨੂੰ ਰਚ ਰਿਹਾ ਹੈ।
ਇਹ ਜੋ ਸੰਸਾਰ ਵਿੱਚ ਨਵਾਂਪਨ ਆ ਰਿਹਾ ਸਾਇੰਸ ਨਹੀਂ ਕਰ ਰਹੀ। ਇਹ ਆਪਾਂ ਨੂੰ ਇੱਕ ਭੁਲੇਖਾ ਪੈ ਜਾਂਦਾ, ਸਾਰਾ ਕੁਝ ਵਾਹਿਗੁਰੂ ਹੀ ਕਰ ਰਿਹਾ ਹੈ। ਇਹ ਲੋਕਾਂ ਨੇ ਨਾਂ ਦੇਤਾ ਵੀ ਸਾਇੰਸ ਕਰ ਰਹੀ ਹੈ। ਇਹ ਕਰਨ ਵਾਲਾ ਇੱਕੋ ਵਾਹਿਗੁਰੂ ਮਾਲਕ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਬਾਣੀ ਵਿੱਚ ਕਹਿਤਾ ਮਹਾਰਾਜ ਨੇ। ਇਹ ਕੋਈ ਸਾਇੰਸ ਜਾਂ ਕੋਈ ਹੋਰ ਨਹੀਂ, ਇਹ ਸਾਇੰਸ ਵੀ ਤਾਂ ਉਸੇ ਦੀ ਬਣਾਈ ਹੋਈ ਹੈ, ਸਾਰਾ ਕੁਝ ਉਸੇ ਦਾ ਹੀ ਬਣਾਇਆ ਹੋਇਆ ਹੈ। ਸਾਇੰਸ ਨੂੰ ਵਾਹਿਗੁਰੂ ਤੋਂ ਵੱਖ ਕਰਕੇ ਨਾ ਵੇਖੋ, ਕਿਉਂਕਿ ਸਾਰਾ ਕੁਝ ਉਹ ਕਰਨ ਵਾਲਾ ਆਪ ਹੀ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਲ ਸੋਏ। ਤੇ ਮਹਾਰਾਜ ਕਹਿੰਦੇ ਕਿੱਥੇ ਲਾਭ ਹੋ ਰਿਹਾ, ਕਿੱਥੇ ਘਾਟਾ ਪੈ ਰਿਹਾ ਸੰਸਾਰ ਵਿੱਚ। ਕਿਤੇ ਕਿਸੇ ਨੂੰ ਲਾਭ ਹੋ ਰਿਹਾ, ਕਿਸੇ ਦਾ ਨੁਕਸਾਨ ਹੋ ਰਿਹਾ। ਇਹ ਸੰਸਾਰ ਦੀ ਖੇਡ ਚੱਲ ਰਹੀ ਹੈ। ਰਹਾਓ ਕਹਿ ਫੂਲੈ ਕਿ ਆਨੰਦ ਵਿਖੈ, ਸੋ ਕਬ ਹਸਨੋ ਕਬ ਰੋਈਐ। ਸੰਸਾਰ ਦੇ ਵਿੱਚ ਕੋਈ ਬੜਾ ਫੁੱਲਿਆ ਫਿਰਦਾ ਹੈ, ਮੇਰੇ ਕੋਲ ਬੜਾ ਪੈਸਾ ਹੈ, ਬੜੇ ਪਦਾਰਥ ਨੇ, ਬੜਾ ਸੰਸਾਰ ਦਾ ਸੁੱਖ ਲੈਂਦਾ ਹੈ। ਕੋਈ ਵਿਸ਼ਿਆਂ ਵਿੱਚ ਖਚਤ ਹੋਇਆ ਪਿਆ, ਪਰੇਸ਼ਾਨ ਹੋਇਆ ਪਿਆ, ਮੈਂ ਕਿਹੜੇ ਪਾਸੇ ਲੱਗ ਗਿਆ ਹਾਂ। ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ। ਇਹ ਸੰਸਾਰ ਵਿੱਚ ਕਿਤੇ ਕੁਝ ਹੋ ਰਿਹਾ ਹੈ, ਕਿਤੇ ਇੱਕੋ ਸਮੇਂ ਵਿੱਚ ਆਪਾਂ ਵੇਖੀਏ ਸੰਸਾਰ ਦੀ ਗੱਲ ਛੱਡੋ, ਇੱਕੋ ਸ਼ਹਿਰ ਦੇ ਵਿੱਚ ਹੀ ਕੁਝ ਦਾ ਕੁਝ ਹੋ ਰਿਹਾ ਹੈ। ਕਿਤੇ ਜਨਮ ਹੋ ਰਿਹਾ ਬੱਚੇ ਦਾ, ਕਿਸੇ ਦੀ ਮੌਤ ਹੋ ਰਹੀ ਹੈ, ਤੇ ਕਿਸੇ ਦੇ ਘਰ ਵਿਆਹ ਦੇ ਵਾਜੇ ਵੱਜ ਰਹੇ ਨੇ, ਕਿਸੇ ਦੀ ਕੋਠੀ ਦਾ ਉਦਘਾਟਨ। ਇੱਕੋ ਸ਼ਹਿਰ ਦੇ ਵਿੱਚ ਹੀ ਇੱਕੋ ਸਮੇਂ ਵਿੱਚ ਕਿੰਨੇ ਤਰ੍ਹਾਂ ਦੀ ਗੱਲ ਹੋ ਰਹੀ ਹੈ। ਕਿਤੇ ਘਾਟਾ ਹੋ ਰਿਹਾ ਹੈ ਤੇ ਕਿਤੇ ਵਾਧਾ ਹੋ ਰਿਹਾ ਹੈ। ਕੋਈ ਹੱਸ ਰਿਹਾ ਤੇ ਕੋਈ ਰੋ ਰਿਹਾ, ਕੋਈ ਪਰੇਸ਼ਾਨ ਹੋ ਰਿਹਾ ਹੈ। ਇੱਕੋ ਸ਼ਹਿਰ ਨੂੰ ਵੀ ਛੱਡੀਏ, ਇੱਕੋ ਕਲੋਨੀ ਦੇ ਵਿੱਚ ਇੱਕੋ ਸਮੇਂ ਵਿੱਚ ਕੁਝ ਦਾ ਕੁਝ ਹੁੰਦਾ ਹੈ। ਇੱਕੋ ਪਿੰਡ ਦੇ ਵਿੱਚ ਇੱਕੋ ਸਮੇਂ ਵਿੱਚ ਕੁਝ ਦਾ ਕੁਝ ਹੁੰਦਾ। ਸੰਸਾਰ ਤਾਂ ਬਹੁਤ ਵੱਡਾ ਹੈ। ਤੋ ਮਹਾਰਾਜ ਕਹਿੰਦੇ ਕਬੂ ਮੈਲ ਭਰੇ ਅਭਿਮਾਨੀ, ਕਬ ਸਾਧੂ ਸੰਗ ਧੋਈ ਹੈ। ਕਿਤੇ ਤਾਂ ਲੋਕ ਹੰਕਾਰ ਦੀ ਮੈਲ ਨਾਲ ਭਰ ਰਹੇ ਹਨ, ਹੰਕਾਰ ਹੀ ਕਰੀ ਜਾ ਰਹੇ ਹਨ। ਪਰ ਕਿਤੇ ਇਹ ਵੀ ਵਰਤਾਰਾ ਹੋ ਰਿਹਾ ਹੈ ਕਿ ਗੁਰੂ ਦੀ ਮੱਤ ਲੈ ਕੇ ਲੋਕ ਆਪਣੀ ਹਉਮੈ ਦੀ ਮੈਲ ਨੂੰ ਧੋ ਰਹੇ ਹਨ, ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਨੂੰ ਧੋ ਰਹੇ ਨੇ, ਸਤ ਸੰਗਤ ਕਰ ਰਹੇ ਨੇ। ਤੇ ਕੋਈ ਮੈਲ ਵਿੱਚ ਲੱਗਾ ਹੋਇਆ ਹੈ, ਮਾੜੇ ਕੰਮਾਂ ਵਿੱਚ ਲੱਗਾ ਹੋਇਆ ਹੈ। ਕੋਈ ਨਾ ਮੇਟੈ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈਐ। ਇਹ ਸੰਸਾਰ ਦੀ ਖੇਡ ਹੀ ਐਸੀ ਹੈ, ਇਹਨੂੰ ਕੋਈ ਨਹੀਂ ਮਿਟਾ ਸਕਦਾ। ਕੋਈ ਨਾ ਮੇਟੈ ਪ੍ਰਭ ਕਾ ਕੀਆ, ਕੋਈ ਨਹੀਂ ਮਿਟਾ ਸਕਦਾ। ਜੇ ਉਹ ਮਾਲਕ ਨਾ ਚਾਹਵੇ ਤੇ ਕੋਈ ਨਹੀਂ ਮਿਟਾ ਸਕਦਾ। ਵੇਖੋ ਜਿਵੇਂ ਇਹ ਜਿਹੜੀ ਮਹਾਮਾਰੀ ਫੈਲੀ, ਉਹਦਾ ਕਿੰਨਾ ਸਮਾਂ ਤੇ ਡਾਕਟਰਾਂ ਨੂੰ ਇਲਾਜ ਹੀ ਨਹੀਂ ਲੱਭਿਆ। ਇਹ ਉਸ ਮਾਲਕ ਦੇ ਹੱਥ ਦੇ ਵਿੱਚ ਹੀ ਹੈ। ਮਹਾਰਾਜ ਕਹਿੰਦੇ ਦੂਸਰ ਨਾਹੀ ਅਲੋਈਐ, ਦੂਜਾ ਕੋਈ ਹੈ ਹੀ ਨਹੀਂ। ਵਾਹਿਗੁਰੂ ਤੋਂ ਬਿਨਾਂ ਕੋਈ ਦੂਜਾ ਹੈ ਨਹੀਂ। ਇੱਥੇ ਮਹਾਰਾਜ ਸਾਨੂੰ ਇਹ ਗਿਆਨ ਦੇ ਰਹੇ ਨੇ, ਸਰਵ ਕਲਾ ਸਮਰੱਥ ਵਾਹਿਗੁਰੂ। ਇਸ ਕਰਕੇ ਤੂੰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ। ਉਹ ਸਾਰਾ ਕੁਝ ਕਰ ਸਕਦਾ ਹੈ। ਉਹ ਚਾਵੇ ਪ੍ਰਭ ਭਾਵੈ ਬਿਨ ਸਾਸ ਰਾਖੈ। ਸਤਿਗੁਰ ਮੇਰਾ ਮਾਰ ਜਿਵਾਲੈ, ਸਤਿਗੁਰ ਮੇਰਾ ਸਦਾ ਪ੍ਰਤਪਾਲੈ। ਫਿਰ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਕੋਈ ਦੁੱਖ ਰੋਗ ਪੀੜਾ ਐਸੀ ਲੱਗ ਗਈ, ਉਹਦਾ ਡਾਕਟਰ ਵੀ ਕਹਿੰਦੇ ਇਲਾਜ ਨਹੀਂ ਹੈ, ਪਰ ਬਾਣੀ ਕਹਿੰਦੀ ਜੇ ਤੂੰ ਰੱਬ ਦੀ ਸ਼ਰਨ ਵਿੱਚ ਆ ਜਾਵੇ ਤੇ ਇਲਾਜ ਹੈ। ਮਹਾਰਾਜ ਜੀ ਦੇ ਆਪਾਂ ਉਹ ਬਚਨ ਪੜ੍ਹਦੇ ਹਾਂ, ਪਾਸ਼ੰ ਕ੍ਰੋਧ ਅਗਰਨੀ ਬਣੈ, ਨਿਰਾਸੰਗ ਆਸ ਪੂਰਨੈ। ਜਿਹੜਾ ਹਰ ਇੱਕ ਪੱਖ ਤੋਂ ਪਿੱਛੇ ਰਹਿ ਗਿਆ ਹੈ, ਉਹ ਸੋਚਦਾ ਮੈਂ ਅੱਗੇ ਹੋ ਹੀ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਹੋ ਜਾਵੇਗਾ ਅੱਗੇ। ਗੁਰੂ ਦੀ ਸ਼ਰਨ ਵਿੱਚ ਆ ਜਾ, ਕਿਉਂਕਿ ਰੱਬ ਨਾਲ ਜੋੜਨ ਵਾਲਾ ਗੁਰੂ ਹੈ। ਜਿਹੜਾ ਨਿਰਾਸ਼ ਹੋ ਗਿਆ ਵੀ ਮੇਰੀ ਇਹ ਇੱਛਾ ਪੂਰੀ ਹੋ ਹੀ ਨਹੀਂ ਸਕਦੀ, ਨਿਰਾਸੰਗ ਆਸ ਪੂਰਨੈ। ਨਿਰਧਨ ਵਿਅੰਗ ਧਨਵੰਤੈ, ਰੋਗੀ ਅੰਗ ਰੋਗ ਖੰਡਣੈ। ਗਰੀਬ ਕੰਗਾਲ ਨੂੰ ਉਹ ਬਾਦਸ਼ਾਹ ਬਣਾ ਦਿੰਦਾ ਇੱਕ ਸੈਂਕੜ ਦੇ ਵਿੱਚ, ਇੱਕ ਛਿਨ ਦੇ ਵਿੱਚ। ਐਸਾ ਉਹ ਮਾਲਕ ਵਾਹਿਗੁਰੂ
ਕਈ ਪੁਸ਼ਤਾਂ ਦੀ ਗਰੀਬੀ ਚੱਲੀ ਆ ਰਹੀ, ਕਈ ਪੁਸ਼ਤਾਂ ਦੀ, ਕਈ ਪੀੜ੍ਹੀਆਂ ਦੀ ਗਰੀਬੀ ਚੱਲੀ ਆ ਰਹੀ ਹੈ, ਅਤੇ ਉਹ ਸੋਚਦਾ ਹੈ ਵੀ ਆਉਣ ਵਾਲੀਆਂ ਵੀ ਸਾਡੀਆਂ ਪੀੜ੍ਹੀਆਂ ਗਰੀਬੀ ਵਿੱਚ ਹੀ ਗਰਕ ਜਾਣਗੀਆਂ। ਪਰ ਕਿਤੇ ਉਹ ਰੱਬ ਦੀ ਸ਼ਰਨ ਵਿੱਚ ਆ ਗਿਆ। ਮਹਾਰਾਜ ਕਹਿੰਦੇ ਇੱਕ ਛਿਨ ਦੇ ਵਿੱਚ ਰੱਬ ਨੇ ਉਹਨੂੰ ਬਾਦਸ਼ਾਹ ਬਣਾਤਾ। ਤੇ ਰੋਗੀ ਜਿਹੜਾ ਨਿਰਾਸ਼ ਹੋ ਗਿਆ, ਡਾਕਟਰਾਂ ਨੇ ਕਹਿਤਾ ਵੀ ਤੇਰਾ ਰੋਗ ਤੇ ਖਤਮ ਹੋ ਹੀ ਨਹੀਂ ਸਕਦਾ। ਰੋਗੀ ਅੰਗ ਰੋਗ ਖੰਡਣੈ, ਰੋਗੀਆਂ ਦੇ ਰੋਗ ਨੂੰ ਇੱਕ ਛਿਨ ਦੇ ਵਿੱਚ ਉਹ ਖਤਮ ਕਰ ਦਿੰਦਾ ਹੈ। ਪਾਰ ਬ੍ਰਹਮ ਪੁਰਖ ਦਤਾਰੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਗੁਰੂ ਦੇ ਰੂਪ ਵਿੱਚ ਸਾਡੇ ਕੋਲ ਪ੍ਰਗਟ ਹੈ। ਰੱਬ ਨੂੰ ਮਿਲਣਾ ਤੇ ਗੁਰੂ ਕੋਲ ਆ ਜਾਓ, ਬਸ ਗੁਰੂ ਦੇ ਵਿੱਚ ਹੀ ਰੱਬ ਬੈਠਾ ਹੋਇਆ ਪ੍ਰਗਟ ਤੌਰ ਤੇ ਵਿੱਚ। ਪਾਰ ਬ੍ਰਹਮ ਪੁਰਖ ਦਤਾਰੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਕੀ ਕੁਝ ਨਹੀਂ ਲੱਭਦਾ ਗੁਰੂ ਦੀ ਸੇਵਾ ਵਿੱਚੋਂ। ਗੁਰੂ ਦੀ ਸ਼ਰਨ ਵਿੱਚ ਆਇਆ ਸਭ ਕੁਝ ਹੀ ਮਿਲ ਜਾਂਦਾ ਹੈ। ਜਿਹੜਾ ਲੋਕੀ ਕਹਿੰਦੇ ਕੰਮ ਹੋ ਹੀ ਨਹੀਂ ਸਕਦਾ, ਉਹ ਵੀ ਹੋ ਜਾਂਦਾ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈਐ। ਐਸੇ ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਜਿਹਦੀ ਕਿਰਪਾ ਨਾਲ ਸੁੱਖ ਨਾਲ ਸੌਂਦੇ ਹਾਂ। ਭਾਵ ਸੁੱਖ ਨਾਲ ਸੌਣ ਤੋਂ ਭਾਵ ਕੀ ਹੈ ਕਿ ਜੀਵਨ ਵਧੀਆ ਚੱਲ ਰਿਹਾ ਹੈ, ਪਰਿਵਾਰ ਵੀ ਸਾਰਾ ਠੀਕ ਹੈ, ਕਾਰੋਬਾਰ ਵੀ ਠੀਕ ਹੈ, ਵਧੀਆ ਘਰ ਹੈ, 36 ਪ੍ਰਕਾਰ ਦੇ ਪਦਾਰਥ ਮਿਲਦੇ ਨੇ ਖਾਣ ਨੂੰ, ਤੇ ਬੜੇ ਸੁੱਖ ਨਾਲ ਸੌਂਦੇ ਹਾਂ, ਆਰਾਮ ਨਾਲ ਰਹਿੰਦੇ ਹਾਂ। ਗੁਰੂ ਦੀ ਕਿਰਪਾ ਹੈ। ਇਹ ਐਸੇ ਗੁਰੂ ਤੋਂ ਬਖਸ਼ਿਸ਼, ਉਹਦੇ ਤੋਂ ਸਦਕੇ ਜਾਈਏ, ਵਾਰ-ਵਾਰ ਕੁਰਬਾਨ ਜਾਈਏ, ਜਿਸ ਦੀ ਕਿਰਪਾ ਦੇ ਨਾਲ ਇਹ ਬਖਸ਼ਿਸ਼ਾਂ ਆਪਾਂ ਨੂੰ ਪ੍ਰਾਪਤ ਹੋ ਰਹੀਆਂ ਹਨ। ਕੱਲ੍ਹ ਹੀ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਮਨਾਇਆ ਹੈ। ਇਹ ਜਿਹੜਾ ਆਪਾਂ ਨੂੰ ਜੀਵਨ ਮਿਲਿਆ ਹੈ ਗੁਰਮੁਖੋ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲਾਸਾਨੀ ਕੁਰਬਾਨੀਆਂ ਦਾ ਸਦਕਾ ਹੀ ਹੈ। ਇਹ ਉਹਨਾਂ ਦੇ ਬਖਸ਼ਿਸ਼ਾਂ ਦੁਆਰਾ ਹੀ ਐਸਾ ਇਹ ਜੀਵਨ ਮਿਲਿਆ ਹੈ। ਨਹੀਂ ਤਾਂ ਤੁਸੀਂ ਇਤਿਹਾਸ ਨੂੰ ਪੜ੍ਹੋ, ਫਿਰ ਪਤਾ ਲੱਗਦਾ ਹੈ। ਕੋਈ ਮਨੁੱਖ ਦਸਤਾਰ ਸਜਾ ਕੇ ਸਰਕਾਰੇ ਦਰਬਾਰੇ ਨਹੀਂ ਸੀ ਜਾ ਸਕਦਾ, ਘੋੜੇ ਤੇ ਸਵਾਰ ਨਹੀਂ ਸੀ ਹੋ ਸਕਦਾ ਬਾਦਸ਼ਾਹ ਦੇ ਸਾਹਮਣੇ। ਐਸੇ ਐਸੇ ਹੁਕਮਨਾਮੇ ਜਾਰੀ ਕੀਤੇ ਹੋਏ ਸਨ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੇਖੋ ਫਿਰ ਇਹ ਸਾਰੀਆਂ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਹਨ। ਐਸੀਆਂ ਮਹਾਰਾਜ ਜੀ ਨੇ ਕੁਰਬਾਨੀਆਂ ਕੀਤੀਆਂ ਕਿ ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ। ਸਰਦਾਰ ਸ਼ਬਦ ਨਹੀਂ ਸੀ ਲਾ ਸਕਦੇ ਆਪਣੇ ਅੱਗੇ। ਸਰਦਾਰ ਸ਼ਬਦ ਵੀ ਇਹ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤਾ। ਭਾਵੇਂ 2 ਮਰਲੇ ਵੀ ਜ਼ਮੀਨ ਨਾ ਹੋਵੇ, ਪਰ ਜੇਕਰ ਗੁਰੂ ਦਾ ਬਾਣਾ ਹੈ, ਸਿੱਖੀ ਸਰੂਪ ਹੈ, ਅਗਲਾ ਕਹਿੰਦਾ ਆਓ ਜੀ ਸਰਦਾਰ ਜੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦਾ ਸਦਕਾ। ਇਤਿਹਾਸ ਨੂੰ ਪੜ੍ਹੀਏ ਨਾ ਆਪਾਂ, ਫਿਰ ਪਤਾ ਲੱਗਦਾ ਹੈ ਕੈਸੇ ਕੈਸੀਆਂ ਹਕੂਮਤਾਂ ਵੱਲੋਂ ਹੁਕਮਨਾਮੇ ਫਰਮਾਨ ਕੀਤੇ ਹੋਏ ਸਨ। ਤੋ ਐਸੇ ਗੁਰੂ ਤੋਂ ਸਦਕੇ ਜਾਈਏ, ਕੁਰਬਾਨ ਜਾਈਏ, ਜਿਨ੍ਹਾਂ ਨੇ ਸਾਨੂੰ ਇਹ ਬਖਸ਼ਿਸ਼ਾਂ ਭਰਿਆ ਜੀਵਨ ਜਿਹੜਾ ਹੈ, ਆਪਣੀ ਆਜ਼ਾਦੀ ਵਾਲਾ ਜੀਵਨ, ਇਹ ਮਹਾਰਾਜ ਜੀ ਨੇ ਬਖਸ਼ਿਆ ਹੈ। ਰਹਿਮਤਾਂ ਵਾਲਾ ਜੀਵਨ ਬਖਸ਼ਿਆ ਹੈ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜੇ ਪ੍ਰਸਾਦ ਸੁਖ ਸੋਈਐ। ਤੇ ਜਿਹੜਾ ਐਸੇ ਗੁਰੂ ਦੇ ਬਚਨਾਂ ਨੂੰ ਮੰਨੇਗਾ, ਇੱਥੇ ਵੀ ਅੱਗੇ ਵੀ, ਇੱਥੇ ਵੀ ਲੋਕ ਪਰਲੋਕ ਸੁਹੇਲਾ ਹੋਵੇਗਾ। ਸੋ ਗੁਰਮੁਖੋ ਗੁਰੂ ਵਾਲੇ ਬਣੀਏ। ਬਾਣੀ ਬਾਣੇ ਦੇ ਧਾਰਨੀ ਹੋਈ। ਆਪਾਂ ਦੇਣ ਨਹੀਂ ਦੇ ਸਕਦੇ ਗੁਰੂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਦਾ, ਪਰ ਆਪਾਂ ਗੁਰੂ ਦਾ ਹੁਕਮ ਮੰਨ ਕੇ ਹੋਰ ਬਖਸ਼ਿਸ਼ ਲੈ ਸਕਦੇ ਹਾਂ, ਗੁਰੂ ਦੀ ਖੁਸ਼ੀ ਲੈ ਸਕਦੇ ਹਾਂ, ਜੇਕਰ ਆਪਾਂ ਗੁਰੂ ਦੇ ਬਚਨਾਂ ਨੂੰ ਕਮਾਈਏ, ਗੁਰੂ ਦੇ ਬਚਨਾਂ ਨੂੰ ਮੰਨੀਏ। ਸਤਿਗੁਰੂ ਜੀ ਮਹਿਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਅੰਮ੍ਰਿਤ ਵੇਲਾ ਸੰਭਾਲੀਏ, ਸੰਧਿਆ ਵੇਲਾ ਸੰਭਾਲੀਏ, ਤੇ ਵੱਧ ਤੋਂ ਵੱਧ ਬਾਣੀ ਪੜ੍ਹੀਏ, ਨਾਮ ਜਪੀਏ, ਸੇਵਾ ਕਰੀਏ, ਕਿਉਂਕਿ ਇਹ ਜੀਵਨ ਸਫਲ ਤਾਂ ਹੀ ਹੈ ਜੇਕਰ ਆਪਾਂ ਗੁਰੂ ਦੀ ਮੱਤ ਲੈ ਕੇ ਚੱਲਦੇ ਹਾਂ।
ਹੁਣ ਦੋ ਸ਼ਬਦਾਂ ਦੀ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਦੋਵਾਂ ਸ਼ਬਦਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਆਪਾਂ ਨੂੰ ਗੁਰੂ ਦੀ ਮਹਿਮਾ ਦੱਸਦੇ ਨੇ ਕਿ ਵਾਹਿਗੁਰੂ ਤਾਂ ਬਖਸ਼ਿਸ਼ਾਂ ਦਾ ਸਮੁੰਦਰ ਹੈ, ਪਰ ਉਹ ਮਿਲਣਗੀਆਂ ਕਿਵੇਂ? ਮਾਈ ਗੁਰ ਚਰਨੀ ਚਿਤ ਲਾਈ ਹੈ, ਗੁਰੂ ਦੇ ਦੁਆਰਾ ਮਿਲਣਗੀਆਂ। ਗੁਰੂ ਤੋਂ ਬਿਨਾਂ ਉਹ ਬਖਸ਼ਿਸ਼ਾਂ ਨਹੀਂ ਮਿਲਣਗੀਆਂ। ਜਿਵੇਂ ਸੰਸਾਰ ਵਿੱਚ ਵੇਖੋ ਕਿੰਨੇ ਤਰ੍ਹਾਂ ਦੀ ਕਲਾ ਹੈ, ਪਰ ਉਹ ਕਲਾ ਦਾ ਲਾਭ ਸਾਨੂੰ ਗੁਰੂ ਤੋਂ, ਉਸਤਾਦ ਤੋਂ ਬਿਨਾਂ ਨਹੀਂ ਮਿਲੇਗਾ। ਅਨੇਕ ਤਰ੍ਹਾਂ ਦੀ ਕਲਾ ਹੈ, ਹਰ ਇੱਕ ਤਰ੍ਹਾਂ ਦੀ ਕਲਾ ਇਹ ਗੁਰੂ ਦੇ ਕੋਲੋਂ ਆਪਾਂ ਨੂੰ ਸਿੱਖਣੀ ਪਵੇਗੀ। ਉਸਤਾਦ ਦੁਨਿਆਵੀ ਤੌਰ 'ਤੇ ਆਪਾਂ ਨੂੰ ਉਸਤਾਦ ਕਹਿੰਦੇ ਹਾਂ, ਗੁਰੂ ਵੀ ਕਹਿੰਦੇ ਹਾਂ। ਸੰਸਾਰ ਦਾ ਗਿਆਨ ਲੈਣਾ ਤੇ ਸੰਸਾਰਕ ਗੁਰੂ ਹੈ, ਰੂਹਾਨੀਅਤ ਦਾ ਗਿਆਨ ਲੈਣਾ ਤੇ ਸੱਚੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ। ਦੋ ਸ਼ਬਦਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਬਖਸ਼ਿਸ਼ਾਂ ਕੀਤੀਆਂ ਹਨ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।